ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕਾਂਚੀ ਟੀਵੀ। ਸਵਾਗਤ ਹੈ ਜੀ ਤੁਹਾਡਾ। ਜੈ ਭੀਮ। ਭਾਰਤ ਦਾ ਆਪਣਾ ਸੰਵਿਧਾਨ ਹੈ, ਆਪਣਾ ਕਾਨੂੰਨ ਹੈ। ਭਾਰਤੀ ਲੋਕ ਆਪਣੇ ਸੰਵਿਧਾਨ ਤੇ ਆਪਣੇ ਕਾਨੂੰਨ ਦੇ ਮੁਤਾਬਕ ਇਸ ਭਾਰਤ ਦੇ ਵਿੱਚ ਇਸ ਵੇਲੇ ਜਿਉ ਰਹੇ ਨੇ। ਸੰਵਿਧਾਨ ਕਿਵੇਂ ਹੋਂਦ ਵਿੱਚ ਆਇਆ, ਕਿਹਨਾਂ ਨੇ ਲਿਆਂਦਾ, ਕੀ ਉਸ ਵੇਲੇ ਵਾਪਰਿਆ, ਇਸ ਤਰ੍ਹਾਂ ਦੀ ਕੋਈ ਚਰਚਾ ਕਰਾਂਗੇ। ਮੇਰੇ ਨਾਲ ਨੇ ਇਸ ਵੇਲੇ ਐਡਵੋਕੇਟ ਸੰਜੀਵ ਭੋਰਾ ਜੀ। ਆਓ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ। ਜੈ ਭੀਮ ਜੀ। ਭੋਰਾ ਸਾਹਿਬ, ਸੰਵਿਧਾਨ ਦੀ ਸਾਰੀ ਗੱਲ ਕਰਦੇ ਨੇ, ਸਾਰੇ ਰਾਖੀ ਕਰਨ ਦੀ ਗੱਲ ਵੀ ਕਰਦੇ ਨੇ। ਉਨਾ ਗਿਆਨ ਅਜੇ ਸਮਾਜ ਦੇ ਵਿੱਚ ਹੈ ਨਹੀਂ ਜਿੰਨਾ ਹੋਣਾ ਚਾਹੀਦਾ। ਅੱਜ ਬਹੁਤ ਸਾਰੇ ਸਵਾਲ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਸੰਵਿਧਾਨ, ਕਾਇਦਾ ਕਾਨੂੰਨ ਦੇ ਨਾਲ ਸੰਬੰਧਿਤ ਹੋ, ਐਡਵੋਕੇਟ ਹੋ, ਇਹਦੇ ਲਈ ਤੁਸੀਂ ਜਾਣਕਾਰੀ ਰੱਖਦੇ ਹੋ। ਅੱਜ ਕੀ ਕਹਿਣਾ ਚਾਹੋਗੇ ਕਿ ਸੰਵਿਧਾਨ ਕਹਿੰਦੇ ਕਿਹਨੂੰ ਗੁੜਾ ਸਾਹਿਬ, ਤੁਸੀਂ ਬਹੁਤ ਹੀ ਇੰਪੋਰਟੈਂਟ ਸਵਾਲ ਪੁੱਛਿਆ ਹੈ ਕਿ ਸੰਵਿਧਾਨ ਕਿਹਨੂੰ ਕਹਿੰਦੇ ਨੇ ਜੀ। ਕਿਸੇ ਦੇਸ਼ ਨੂੰ ਚਲਾਉਣ ਦੇ ਲਈ ਕੁਝ ਕਾਨੂੰਨ ਨਿਯਮਾਂ ਦੀ ਜ਼ਰੂਰਤ ਹੁੰਦੀ ਹੈ ਜੀ। ਉਹਨਾਂ ਕਾਨੂੰਨਾਂ ਨੂੰ, ਨਿਯਮਾਂ ਨੂੰ ਜਦੋਂ ਅਸੀਂ ਇੱਕ ਕਿਤਾਬ ਦਾ ਰੂਪ ਦੇ ਕੇ ਉਹਨੂੰ ਕਾਨੂੰਨੀ ਰੂਪ ਦੇ ਵਿੱਚ ਮਾਨਤਾ ਦਿੰਦੇ ਹਾਂ ਦੇਸ਼ ਦੇ ਲੋਕ, ਤਾਂ ਉਹਨੂੰ ਅਸੀਂ ਸੰਵਿਧਾਨ ਕਹਿੰਦੇ ਹਾਂ ਜੀ। ਦੁਨੀਆ ਦੇ ਵਿੱਚ 4 ਤਰ੍ਹਾਂ ਦੇ ਸੰਵਿਧਾਨ ਪਾਏ ਜਾਂਦੇ ਆ, ਜਿਵੇਂ ਕਿ ਕੁਝ ਲਿਖਤੀ ਸੰਵਿਧਾਨ ਵਾ, ਕੁਝ ਬਿਨਾਂ ਲਿਖਤੀ ਸੰਵਿਧਾਨ ਵਾ, ਕੁਝ ਰਿਜਿਡ ਵਾ, ਸਖਤ ਸੰਵਿਧਾਨ ਵਾ, ਕੁਝ ਲਚਕੀਲੇ ਸੰਵਿਧਾਨ ਵਾ। ਸੋ ਸੰਵਿਧਾਨ ਦੇ ਵਿੱਚ ਕੀ ਹੁੰਦਾ ਆ, ਉਹ ਫੰਡਾਮੈਂਟਲ ਪ੍ਰਿੰਸੀਪਲਸ ਹੁੰਦੇ ਆ ਜਿਹਦੇ ਅਨੁਸਾਰ ਕਿਸੇ ਦੇਸ਼ ਦੀ ਸਰਕਾਰ ਨੇ ਐਕਟ ਅਪਾਉਣ ਕਰਨਾ ਹੁੰਦਾ, ਕੰਮ ਕਰਨਾ ਹੁੰਦਾ, ਜਾਂ ਭਾਰਤ ਜਾਂ ਉਸ ਸੰਵਿਧਾਨ ਦੇ ਵਿੱਚ ਉਸ ਦੇਸ਼ ਦੀਆਂ ਕਿਹੜੀਆਂ ਸੰਸਥਾਵਾਂ ਆ, ਉਹਨਾਂ ਦੇ ਕੀ ਸ਼ਕਤੀਆਂ ਆ, ਉਹਨਾਂ ਦੀਆਂ ਇੱਕ ਦੂਸਰੇ ਨਾਲ ਕੀ ਸੰਬੰਧ ਹੋਣਗੇ, ਜਿੱਦਾਂ ਲੈਜਿਸਲੇਟਿਵ ਆ, ਜੁਡੀਸ਼ਰੀ ਆ, ਐਗਜ਼ੀਕਿਊਟਿਵ ਆ, ਇਹਨਾਂ ਦੀਆਂ ਕੀ ਪਾਵਰਸ ਆ, ਇਹਨਾਂ ਦੇ ਆਪਸੀ ਸੰਬੰਧ ਕਿੱਦਾਂ ਆ, ਫਿਰ ਐਮਰਜੈਂਸੀ ਦੇ ਵਿੱਚ ਕਿੱਦਾਂ ਦੇਸ਼ ਨੂੰ ਰਨ ਕਰਨਾ ਹੈਗਾ ਆ, ਔਰ ਲੋਕਾਂ ਦੇ ਮੌਲਿਕ ਅਧਿਕਾਰ ਕੀ ਹੈਗੇ ਆ, ਔਰ ਉਹਨਾਂ ਦੇ ਫਰਜ਼ ਕੀ ਹੈਗੇ ਆ। ਤੇ ਇਸ ਪ੍ਰਕਾਰ ਉਹ ਸਾਰੀਆਂ ਚੀਜ਼ਾਂ ਕਿਸੇ ਦੇਸ਼ ਦੇ ਸੰਵਿਧਾਨ ਦੇ ਵਿੱਚ ਦਰਜ ਹੁੰਦੀਆਂ, ਜਿਹਦੇ ਅਨੁਸਾਰ ਉਹ ਦੇਸ਼ ਦੀਆਂ ਸਰਕਾਰਾਂ ਜਾਂ ਲੋਕ ਆਪਣੀਆਂ ਜ਼ਿੰਮੇਵਾਰੀਆਂ ਤੋਂ, ਆਪਣੀਆਂ ਸ਼ਕਤੀਆਂ ਨੂੰ ਇੰਜੋਏ ਕਰਦੇ ਔਰ ਜ਼ਿੰਮੇਵਾਰੀਆਂ ਨਿਭਾਉਂਦੇ ਜੀ। ਇਹ ਹੋ ਗਿਆ ਸੰਵਿਧਾਨ ਦੀ ਗੱਲ। ਜੇ ਆਪਾਂ ਗੱਲ ਕਰੀਏ ਭਾਰਤ ਦੇ ਸੰਵਿਧਾਨ ਦੀ, ਵੀ ਭਾਰਤੀ ਸੰਵਿਧਾਨ ਕਿਵੇਂ ਹੋਂਦ ਵਿੱਚ ਆਇਆ? ਦੇਖੋ, ਭਾਰਤੀ ਸੰਵਿਧਾਨ ਦਾ ਜਿਹੜਾ ਨਿਰਮਾਣ ਵਾ, ਉਹਦਾ ਬਹੁਤ ਵੱਡਾ ਇਤਿਹਾਸ ਹੈਗਾ ਆ। ਖਾਸ ਕਰਕੇ ਇਸ ਦੇਸ਼ ਦੇ ਵਿੱਚ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਵਿਦੇਸ਼ੀ ਲੋਕਾਂ ਦੇ ਗੁਲਾਮੀ ਦੇ ਵਿੱਚ ਜਿਹੜਾ ਆ, ਉਹਦਾ ਸੰਤਾਪ ਗੁਲਾਮੀ ਦਾ ਭੁਗਤਣਾ ਪਿਆ ਇਸ ਦੇਸ਼ ਦੇ ਲੋਕਾਂ ਨੂੰ, ਚਾਹੇ ਉਹ ਮੁਗਲ ਹੋਣ, ਫਰਾਂਸੀਸੀ ਹੋਣ, ਫਿਰ ਹੋਣ, ਸ਼ੱਕ ਹੋਣ, ਮੁਸਲਮਾਨ ਹੋਣ, ਅੰਗਰੇਜ਼ ਹੋਣ। ਲਗਾਤਾਰ ਅਸੀਂ ਕਾਫੀ ਲੰਬਾ ਸਮਾਂ ਇਹ ਦੇਸ਼ ਗੁਲਾਮ ਰਿਹਾ। ਤਾਂ ਇਹੋ ਜਿਹੇ ਪੀਰੀਅਡ ਦੇ ਵਿੱਚੋਂ ਨਿਕਲ ਕੇ ਜਦੋਂ ਲੋਕ ਕਿਸੇ ਆਪਣੇ ਦੇਸ਼ ਦਾ, ਸੁਤੰਤਰ ਦੇਸ਼ ਦਾ ਸੰਵਿਧਾਨ ਨਿਰਮਾਣ ਦਾ ਕੰਮ ਕਰਨ ਲੱਗੂਗੇ, ਤਾਂ ਉਹ ਕਿੰਨੀਆਂ ਕਠਿਨਾਈਆਂ ਦੇ ਵਿੱਚੋਂ ਉਹਨਾਂ ਨੂੰ ਨਿਕਲਣਾ ਪਊਗਾ, ਇਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਸੋ ਭਾਰਤੀ ਸੰਵਿਧਾਨ ਦੇ ਨਿਰਮਾਣ ਦੀ ਸ਼ੁਰੂਆਤ ਜਿਹੜੀ ਉਹ ਸੰਵਿਧਾਨ ਸਭਾ ਦੇ ਗਠਨ ਤੋਂ ਹੁੰਦੀ ਆ। ਸੰਵਿਧਾਨ ਸਭਾ ਦਾ ਗਠਨ ਇਸ ਦੇਸ਼ ਦੇ ਵਿੱਚ ਅੰਗਰੇਜ਼ੀ ਸਲਤਨਤ ਦੇ ਦੇਖ ਰੇਖ ਦੇ ਵਿੱਚ ਹੋਇਆ ਜੀ। ਔਰ ਉਹਦੇ ਜਦੋਂ ਭਾਰਤ ਅਨਡਿਵਾਈਡਡ ਸੀਗਾ, ਵੰਡਿਆ ਨਹੀਂ ਗਿਆ ਸੀ ਪਾਕਿਸਤਾਨ ਔਰ ਭਾਰਤ, ਤਾਂ ਉਸ ਵੇਲੇ 297 ਦੇ ਕਰੀਬ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਨੁਮਾਇੰਦੇ ਲੋਕਾਂ ਦੇ ਚੁਣੇ ਹੋਏ ਲੈਜਿਸਲੇਟਿਵ ਅਸੈਂਬਲੀਆਂ ਦੇ ਨੁਮਾਇੰਦਿਆਂ ਦੁਆਰਾ ਚੁਣ ਕੇ ਸੰਵਿਧਾਨ ਸਭਾ ਦੇ ਵਿੱਚ ਗਏ। ਤਾਂ ਜਦੋਂ ਭਾਰਤ ਔਰ ਪਾਕਿਸਤਾਨ ਦੀ ਵੰਡ ਹੁੰਦੀ ਹੈ, ਤਾਂ ਉਹਦੇ ਵਿੱਚੋਂ ਕਾਫੀ ਜਿਹੜੇ 89 ਦੇ ਕਰੀਬ ਜਿਹੜੇ ਮੈਂਬਰ ਸੀਗੇ, ਉਹ ਪੂਰਬੀ ਬੰਗਾਲ,
ਵਿੱਚ ਚਲੇ ਗਏ ਜਾਂ ਪਾਕਿਸਤਾਨ ਦੇ ਵਿੱਚ ਚਲੇ ਗਏ, ਤਾਂ ਭਾਰਤੀ ਸੰਵਿਧਾਨ ਅਸੈਂਬਲੀ ਦੇ ਵਿੱਚ 207 ਦੇ ਕਰੀਬ ਜਿਹੜੇ ਉਹ ਕੌਂਸਟੀਟਿਊਸ਼ਨ ਅਸੈਂਬਲੀ ਦੇ ਮੈਂਬਰ ਰਹਿ ਗਏ, ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਦਾ ਕੰਮ ਆਰੰਭ ਕੀਤਾ। ਉਹਦੇ ਵਿੱਚੋਂ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ, ਜਿਹਦੇ ਚੇਅਰਮੈਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਥਾਪਿਆ ਗਿਆ, ਔਰ ਇਸ ਪ੍ਰਕਾਰ ਭਾਰਤੀ ਸੰਵਿਧਾਨ ਦੇ ਨਿਰਮਾਣ ਦੀ ਜਿਹੜੀ ਉਹ ਪ੍ਰਕਿਰਿਆ ਉਹ ਸ਼ੁਰੂ ਹੋਈ। ਉਹਦੇ ਵਿੱਚ ਬਹੁਤ ਸਾਰੀਆਂ ਡਿਬੇਟਸ ਹੋਈਆਂ, ਡਿਸਕਸ਼ਨਸ ਹੋਈਆਂ, ਔਰ ਤਰਕ ਵਿਤਰਕ ਹੋਏ, ਔਰ ਉਹਦੇ ਨਿਚੋੜ ਦੇ ਵਿੱਚੋਂ ਭਾਰਤ ਦਾ ਸੰਵਿਧਾਨ ਜਿਹੜਾ ਉਹ ਹੋਂਦ ਵਿੱਚ ਆਇਆ। ਜੀ, ਬੜੀ ਮਿਹਨਤ ਆਈ ਇਹਦੇ ਵਿੱਚ। ਤੇ ਭਾਰਤੀ ਸੰਵਿਧਾਨ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੇ ਕਿਹੜੇ ਐਕਟ, ਕਿਹੜੇ ਕਾਨੂੰਨ ਸਨ ਜਿਨ੍ਹਾਂ ਦੇ ਨਾਲ ਜਾਨੀ ਦੇਸ਼ ਨੂੰ ਚਲਾਇਆ ਜਾਂਦਾ ਸੀਗਾ ਇਸ ਆਪਣੇ ਸੰਵਿਧਾਨ ਤੋਂ ਪਹਿਲਾਂ? ਦੇਖੋ, ਜਦੋਂ ਇਸ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ ਜਿਹੜੇ ਕੋਈ ਵੀ ਕੰਮ ਉਹ ਬਿਨਾਂ ਕਾਨੂੰਨ ਤੋਂ ਤਾਂ ਨਹੀਂ ਕਰਦੇ ਸੀ, ਕਿਉਂਕਿ ਉਹਨਾਂ ਨੇ ਦੁਨੀਆ ਤੇ ਰਾਜ ਕੀਤਾ। ਕਿੱਦਾਂ ਰਾਜ ਕਰਨਾ ਉਹਨਾਂ ਕੋਲ ਢੰਗ ਤਰੀਕੇ ਸੀਗੇ। ਸੋ ਭਾਰਤੀ ਸੰਵਿਧਾਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਐਕਟਸ ਜਿਹੜੇ ਉਹ ਇਨਫੋਰਸ ਸੀਗੇ, ਜਿਨ੍ਹਾਂ ਨੂੰ ਇੰਪਲੀਮੈਂਟ ਕੀਤਾ ਗਿਆ ਸੀ ਇੱਥੇ। ਉਹ ਇੰਗਲੈਂਡ ਤੋਂ ਜਿਹੜੇ ਉਹ ਇਸ ਭਾਰਤ ਨੂੰ ਚਲਾਉਣ ਦੇ ਲਈ ਪਾਸ ਹੁੰਦੇ ਸੀਗੇ, ਔਰ ਜਿਹਦੇ ਵਿੱਚ ਰੈਗੂਲੇਟਿੰਗ ਐਕਟ ਸੀਗਾ ਇੱਕ, ਉਹ 1773 ਦੇ ਵਿੱਚ ਇਸ ਦੇਸ਼ ਦੇ ਵਿੱਚ ਲਾਗੂ ਸੀ। ਉਸ ਤੋਂ ਬਾਅਦ ਪਿਟਸ ਇੰਡੀਆ ਐਕਟ ਆਇਆ, ਉਹ 1784 ਦੇ ਵਿੱਚ ਆਇਆ, ਉਹ ਇੱਥੇ ਲਾਗੂ ਰਿਹਾ। ਫਿਰ ਚਾਰਟਰ ਐਕਟ ਆਫ 1813 ਜਿਹੜਾ ਆ ਉਹ ਹੋਂਦ ਦੇ ਵਿੱਚ ਆਇਆ। ਫਿਰ ਚਾਰਟਰ ਐਕਟ 1833 ਹੋਂਦ ਵਿੱਚ ਆਇਆ। ਫਿਰ 1853 ਦਾ ਚਾਰਟਰ ਐਕਟ ਆਇਆ। ਫਿਰ ਗਵਰਨਮੈਂਟ ਆਫ ਇੰਡੀਆ ਐਕਟ 1858 ਇਸ ਦੇਸ਼ ਦੇ ਵਿੱਚ ਲਾਗੂ ਰਿਹਾ। ਫਿਰ ਇੰਡੀਅਨ ਕੌਂਸਲ ਐਕਟ 1892 ਹੋਂਦ ਦੇ ਵਿੱਚ ਆਇਆ, ਉਹ ਇੱਥੇ ਇਸ ਦੇਸ਼ ਦੇ ਵਿੱਚ ਲਾਗੂ ਰਿਹਾ। ਫਿਰ ਮੋਰਲੀਮੈਂਟੋ ਰਿਫਾਰਮਸ ਆਏ 1909 ਦੇ ਵਿੱਚ। ਉਸ ਤੋਂ ਬਾਅਦ ਫਿਰ ਗਵਰਨਮੈਂਟ ਆਫ ਇੰਡੀਆ ਐਕਟ 1919 ਆ ਗਿਆ। ਫਿਰ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਗਿਆ। ਫਿਰ ਇੰਡੀਅਨ ਇੰਡੀਪੈਂਡੈਂਸ ਐਕਟ 1947 ਜਿਹੜਾ ਆ ਉਹ ਹੋਂਦ ਦੇ ਵਿੱਚ ਆਇਆ। ਔਰ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ ਇਹ ਇੰਡੀਅਨ ਇੰਡੀਪੈਂਡੈਂਸ ਐਕਟ 1947 ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਆ, ਇਹ ਖਤਮ ਹੋ ਕੇ ਇਹ ਦੇਸ਼ ਜਿਹੜਾ ਆ, ਪਹਿਲਾਂ ਇਹ ਡੋਮੀਨੀਅਨ ਸਟੇਟ ਸੀ, ਇੰਗਲੈਂਡ ਤੋਂ ਇੱਥੇ ਰਾਜ ਹੁੰਦਾ ਸੀਗਾ, ਤਾਂ ਫਿਰ ਇਹ ਸੋਵਰਨ ਕੰਟਰੀ ਬਣ ਗਿਆ, ਪ੍ਰਭੂਸਤਾ ਸੰਪੰਨ, ਜਿਹੜਾ ਆਪਣੇ ਫੈਸਲੇ ਆਪ ਲੈ ਸਕਦਾ ਸੀ, ਔਰ ਇੰਡੀਪੈਂਡੈਂਟ ਇੱਕ ਸ਼ਕਤੀ ਦੁਨੀਆ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਦੇ ਨਾਲ ਇਹ ਦੇਸ਼ ਬਣ ਸਕਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ, ਬਿਲਕੁਲ ਜੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦਾ ਆਪਣਾ ਸੰਵਿਧਾਨ ਹੋਇਆ। ਬਾਬਾ ਸਾਹਿਬ ਅੰਬੇਡਕਰ ਜੀ ਨੂੰ ਜੇ ਆਪਾਂ ਗੱਲ ਕਰੀਏ, ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਅਤੇ ਘਾੜੇ ਕਿਉਂ ਕਿਹਾ ਜਾਂਦਾ? ਦੇਖੋ, 29 ਅਗਸਤ 1947 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜੇ ਆ ਉਹ ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਥਾਪਿਆ ਜਾਂਦਾ ਹੈ ਜੀ। ਔਰ 29 ਅਗਸਤ ਨੂੰ ਇਕੱਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਨਹੀਂ ਥਾਪਿਆ ਜਾਂਦਾ, ਬਲਕਿ ਉਹਨਾਂ ਦੇ ਨਾਲ 6 ਹੋਰ ਮੈਂਬਰਾਂ ਨੂੰ ਵੀ ਅਪਾਇੰਟ ਕੀਤਾ ਜਾਂਦਾ ਹੈ ਡਰਾਫਟਿੰਗ ਕਮੇਟੀ ਦੀ ਪੂਰੀ ਕਮੇਟੀ ਦੇ ਵਿੱਚ ਜੀ। ਸੋ ਉਹ ਜਿਹੜੇ ਟੋਟਲ 7 ਮੈਂਬਰੀ ਇਹ ਕਮੇਟੀ ਸੀ, ਤਾਂ ਉਹਦੇ ਵਿੱਚ ਬਾਬਾ ਸਾਹਿਬ ਤੋਂ ਇਲਾਵਾ ਇੱਕ ਹਾਨਰੇਬਲ KL ਮੁਨਸ਼ੀ ਸੀਗੇ, ਇੱਕ ਹਾਨਰੇਬਲ ਮੁਹੰਮਦ ਸਾਦੁੱਲਾ ਜੀ ਸੀ, ਔਰ ਉਸ ਤੋਂ ਇਲਾਵਾ ਅਲਾਦੀ ਕ੍ਰਿਸ਼ਨਾ ਸਵਾਮੀ ਆਇਰ ਜੀ ਸਨ। ਫਿਰ ਇੱਕ N ਗੋਪਾਲਾ ਸਵਾਮੀ ਅਯੰਗਰ ਸਨ। ਸੋ ਇਸੇ ਪ੍ਰਕਾਰ ਇੱਕ VL ਮਿੱਤਰ ਜੀ ਔਰ DP ਖੈਤਾਨ ਜੀ, ਇਹ 7 ਮੈਂਬਰ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਵਿੱਚ ਸਨ। ਵਟ ਹੈਪਨ, ਉਹ ਕੀ ਹੁੰਦਾ ਹੈ ਕਿ ਇਹਨਾਂ 7 ਦੇ ਵਿੱਚੋਂ ਇੱਕ ਵਿਅਕਤੀ ਤਾਂ ਅਮਰੀਕਾ ਚਲ ਜਾਂਦਾ ਹੈ। ਅੱਛਾ ਜੀ। ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਸੋ ਇੱਕ ਵਿਅਕਤੀ ਕੁਝ ਆਪਣੇ ਸਰਕਾਰੀ ਮਾਮਲਿਆਂ ਦੇ ਵਿੱਚ ਉਲਝਿਆ ਹੋਣ ਕਰਕੇ ਉਹ ਪ੍ਰੋਸੀਡਿੰਗ ਦੇ ਵਿੱਚ ਹਿੱਸਾ ਨਹੀਂ ਲੈਂਦਾ। 1-2 ਮੈਂਬਰ ਏਦਾਂ ਦੇ ਸੀਗੇ ਜਿਹੜੇ ਦਿੱਲੀ ਤੋਂ ਬਾਹਰ
ਹੋਣ ਕਰਕੇ ਉਹਨਾਂ ਨੇ ਕੋਈ ਇੰਨਾ ਇੰਟਰਸਟ ਨਹੀਂ ਲਿਆ ਪ੍ਰੋਸੀਡਿੰਗ ਦੇ ਵਿੱਚ, ਤੇ ਇਹ ਲਗਭਗ ਸਾਰਾ ਜਿਹੜਾ ਆ ਭਾਰ ਵਾ ਸੰਵਿਧਾਨ ਨੂੰ ਘੜਨ ਦਾ ਉਹ ਬਾਬਾ ਸਾਹਿਬ ਦੇ ਉੱਤੇ ਆ ਪਿਆ। ਤੇ ਇੱਕ ਜਿਹੜੇ ਮੈਂਬਰ ਡੀਪੀ ਖੈਤਾਨ ਜੀ ਦੇ ਥਾਂ ਦੇ ਉੱਤੇ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ, ਟੀ ਕ੍ਰਿਸ਼ਨਾਚਾਰੀਆ, ਉਹਨਾਂ ਨੇ ਭਾਰਤੀ ਸੰਵਿਧਾਨ ਅਸੈਂਬਲੀ ਦੇ ਵਿੱਚ ਨਵੰਬਰ 1948 ਨੂੰ ਇੱਕ ਸੰਬੋਧਨ 'ਚ ਇਹ ਗੱਲ ਕਹੀ ਸੀ, ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ, ਕਿ ਬਾਬਾ ਸਾਹਿਬ ਨੇ ਇਕੱਲਿਆਂ ਨੇ ਇੰਨੀ ਜ਼ਿੰਮੇਵਾਰੀ ਨਾਲ ਇਹ ਇੰਨਾ ਮੁਸ਼ਕਲ ਕੰਮ ਸਿਰੇ ਚੜਾਇਆ, ਇਹ ਸਾਨੂੰ ਸਾਰਿਆਂ ਨੂੰ ਪਤਾ ਆ, ਔਰ ਇਹ ਕਾਬਲੇ ਤਾਰੀਫ ਆ, ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਸ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਚੀਫ ਆਰਕੀਟੈਕਟ ਆਫ ਇੰਡੀਅਨ ਕਨਸਟੀਟਿਊਸ਼ਨ, ਸੰਵਿਧਾਨ ਦੇ ਘਾੜੇ, ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਕਿਹਾ ਜਾਂਦਾ ਹੈ। ਬਿਲਕੁਲ ਜੀ, ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਨਿਭਾਈ ਹੈ। ਭਾਰਤੀ ਸੰਵਿਧਾਨ ਜਿਹੜਾ ਉਹ ਇੱਕ ਕਿਤਾਬ ਵਾਂਗ ਲਿਖਿਆ ਗਿਆ, ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੇ ਇਹ ਸੋਚਣੀ ਆ, ਜਾਂ ਉਹ ਇਸ ਤਰ੍ਹਾਂ ਸੋਚਦੇ ਕਿ ਭਾਰਤੀ ਸੰਵਿਧਾਨ ਏਦਾਂ ਲਿਖਿਆ ਗਿਆ ਜਿੱਦਾਂ ਕੋਈ ਲਕਾਰੀ ਕਿਤਾਬ ਏਦਾਂ ਬਹੁਤ ਸਾਰੀ ਵੀਡੀਓ ਵਾਇਰਲ ਹੁੰਦੀਆਂ। ਕਿਤਾਬ ਲਿਖਣ ਤੋਂ ਬਾਅਦ ਉਹਨੂੰ ਰਿਲੀਜ਼ ਕਰ ਦਿੰਦਾ ਵੀ ਇਹ ਕੰਮ ਨਿਬੜ ਗਿਆ, ਬਟ ਏਦਾਂ ਨਹੀਂ ਹੈ। ਬਹੁਤ ਸਾਰੇ ਜਿਹੜੇ ਲੋਕ ਇਸ ਗੱਲ ਤੋਂ ਨਾ ਵਾਕਫ ਆ, ਤੇ ਪੜ੍ਹੇ ਲਿਖੇ ਲੋਕ, ਵਿਦਵਾਨ ਲੋਕ ਤਾਂ ਜਾਣਦੇ ਆ ਕਿ ਕਿੱਦਾਂ ਇਹਨਾਂ ਪ੍ਰੋਸੀਡਿੰਗਸ ਚੱਲੀਆਂ। ਸੋ ਸਭ ਤੋਂ ਪਹਿਲਾਂ ਤਾਂ ਇੱਕ ਡਰਾਫਟ ਕਨਸਟੀਟਿਊਸ਼ਨ ਬਣਿਆ, ਜਿਹੜਾ ਮਸੌਦਾ ਬਣਿਆ ਸੰਵਿਧਾਨ ਦਾ, ਖਰੜਾ ਬਣਿਆ, ਉਹ 21 ਫਰਵਰੀ 1948 ਨੂੰ ਸੰਵਿਧਾਨ ਸਭਾ ਨੂੰ ਸੌਂਪਿਆ ਗਿਆ। ਸੰਵਿਧਾਨ ਸਭਾ ਦੇ ਪ੍ਰੈਜ਼ੀਡੈਂਟ ਨੂੰ ਸੌਂਪਿਆ ਗਿਆ ਵੀ ਆਹ ਜਿਹੜਾ ਡਰਾਫਟ ਕਨਸਟੀਟਿਊਸ਼ਨ ਵਾ, ਇਹ ਇੱਕ ਕੱਚਾ ਖਰੜਾ ਹੈਗਾ ਆ, ਏਦਾਂ ਦੀ ਸਾਡੀ ਮਨਸ਼ਾ ਆ ਵੀ ਇਸ ਦੇਸ਼ ਦਾ ਸੰਵਿਧਾਨ ਏਦਾਂ ਦਾ ਹੋਵੇ। ਫਿਰ ਉਹ ਜਿਹੜਾ ਆ ਉਹ ਖਰੜਾ ਆ, ਉਹ ਸੰਵਿਧਾਨ ਸਭਾ ਦੇ ਹਰ ਮੈਂਬਰ ਨੂੰ ਉਹਦੀ ਕਾਪੀ ਦਿੱਤੀ ਗਈ। ਪਬਲਿਕ ਦੇ ਵਿੱਚ ਵੀ ਉਹਨੂੰ ਪਬਲਿਕਲੀ ਵੀ ਐਕਸਪੋਜ਼ ਕੀਤਾ ਗਿਆ, ਔਰ ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਸੀਗੇ, ਓਨਰੇਬਲ ਹਾਈ ਕੋਰਟ ਦੇ ਜੱਜਿਸ ਸੀਗੇ, ਓਨਰੇਬਲ ਸੁਪਰੀਮ ਕੋਰਟ ਦੇ ਜੱਜਿਸ ਸੀਗੇ, ਫਿਰ ਪ੍ਰੋਵਿੰਸ਼ੀਅਲ ਗਵਰਨਮੈਂਟ ਸੀਗੀਆਂ, ਸਟੇਟ ਗਵਰਨਮੈਂਟਸ ਦੇ ਨੁਮਾਇੰਦੇ ਸੀਗੇ, ਉਹਨਾਂ ਸਾਰਿਆਂ ਨੂੰ ਵੀ ਉਹਨਾਂ ਦੀ ਉਸ ਡਰਾਫਟ ਕਨਸਟੀਟਿਊਸ਼ਨ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ। ਆਮ ਲੋਕਾਂ ਕੋਲੋਂ ਰਾਏ ਲਈ ਗਈ ਕਿ ਇਹਦੇ ਉੱਤੇ ਆਪਣੇ ਕਮੈਂਟ ਦਿੱਤੇ ਜਾਣ, ਇਹਦੇ ਵਿੱਚ ਜੇ ਕੋਈ ਸੋਧ ਹੋਣ ਦੀ ਲੋੜ ਆ ਤਾਂ ਉਹ ਕਿਹੋ ਜਿਹੀਆਂ ਸੋਧਾਂ ਹੋਣੀਆਂ ਚਾਹੀਦੀਆਂ, ਇਹਦੇ ਵਿੱਚ ਕੋਈ ਸੁਧਾਰ ਦੀ ਜ਼ਰੂਰਤ ਵਾ, ਉਹ ਕਿਹੋ ਜਿਹੇ ਸੁਧਾਰ ਹੋਣੇ ਚਾਹੀਦੇ। ਇਹ ਪੂਰਾ ਮੌਕਾ ਜਿਹੜਾ ਆ ਉਹ ਦਿੱਤਾ ਗਿਆ ਉਸ ਡਰਾਫਟ ਕਨਸਟੀਟਿਊਸ਼ਨ ਨੂੰ ਜਦੋਂ ਸੰਵਿਧਾਨ ਸਭਾ ਦੇ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ ਫਿਰ 1948 ਦੇ ਵਿੱਚ ਮਾਰਚ ਤੇ ਅਕਤੂਬਰ ਦੇ ਵਿੱਚ ਜਿਹੜੀਆਂ ਉਹ ਲੋਕਾਂ ਦੇ ਵਿਊਜ਼ ਆਏ ਸੀ, ਕਮੈਂਟਸ ਆਏ ਸੀ, ਅਮੈਂਡਮੈਂਟਸ ਦੀਆਂ ਸੁਜੈਸ਼ਨਸ ਆਈਆਂ ਸੀ, ਉਹ ਸਾਰੀਆਂ ਦੇ ਉੱਤੇ ਚਰਚਾ ਕਰਕੇ ਉਹਨਾਂ ਨੂੰ ਮੰਨਿਆ ਗਿਆ। ਫਿਰ ਬਾਬਾ ਸਾਹਿਬ ਨੇ 4 ਨਵੰਬਰ 1948 ਨੂੰ ਉਸ ਡਰਾਫਟ ਕਨਸਟੀਟਿਊਸ਼ਨ ਨੂੰ ਅਮੈਂਡਮੈਂਟਸ ਕਰਨ ਤੋਂ ਬਾਅਦ ਸੰਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕਰ ਕੀਤਾ ਵੀ ਇਹਦੇ ਵਿੱਚ ਜਿਹੜੀਆਂ ਕੋਈ ਲੋਕਾਂ ਨੇ ਜਾਂ ਜਨਰਲ ਪਬਲਿਕ ਵੱਲੋਂ ਜਾਂ ਨੁਮਾਇੰਦਿਆਂ ਵੱਲੋਂ ਕੋਈ ਸੁਝਾਅ ਆਏ ਸੀ, ਉਹਨਾਂ ਨੂੰ ਅਸੀਂ ਸਾਰਾ ਕੁਝ ਸੈਟਲ ਕਰਕੇ ਤੇ ਅਸੀਂ ਡਰਾਫਟ ਕਨਸਟੀਟਿਊਸ਼ਨ ਇੰਟਰੋਡਿਊਸ ਕਰਨ ਜਾ ਰਹੇ ਹਾਂ। ਸੋ ਫਿਰ ਉਹਦੇ ਤੇ ਵੀ ਬਹਿਸਾਂ ਹੋਈਆਂ। 15 ਨਵੰਬਰ 1948 ਤੋਂ ਇੱਕ ਆਰਟੀਕਲ ਦੇ ਉੱਤੇ ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਡਿਬੇਟ ਹੋਈ, ਡਿਸਕਸ਼ਨ ਹੋਈ, ਔਰ ਆਪਣੇ ਹਰ ਮੈਂਬਰ ਨੇ ਆਪਣੇ ਆਪਣੇ ਵਿਚਾਰ ਵਿਅਕਤ ਕੀਤੇ। ਤਾਂ ਵੋਟਿੰਗ ਹੋਣ ਤੋਂ ਬਾਅਦ ਹਰ ਆਰਟੀਕਲ ਨੂੰ ਵੋਟਿੰਗ ਤੋਂ ਬਾਅਦ ਜਿੱਧਰ ਜ਼ਿਆਦਾ ਵੋਟਾਂ ਸੀ ਉਹਨੂੰ ਪਾਸ ਕਰਕੇ ਭਾਰਤ ਦੇ ਸੰਵਿਧਾਨ ਦਾ ਇੱਕ ਆਰਟੀਕਲ ਨੂੰ ਅੰਗ ਬਣਾਇਆ ਜਾਂਦਾ ਰਿਹਾ। ਸੋ ਇਸ ਪ੍ਰਕਾਰ ਟੋਟਲ 165 ਸਿਟਿੰਗਸ ਹੋਈਆਂ ਕਨਸਟੀਟਿਊਸ਼ਨ ਅਸੈਂਬਲੀ ਦੀਆਂ। 165 ਦੇ ਵਿੱਚੋਂ 114 ਦਿਨਾਂ ਦੇ ਵਿੱਚ ਜਿਹੜੀ ਇਹ ਡਰਾਫਟ ਕਨਸਟੀਟਿਊਸ਼ਨ ਸੀ ਉਹਦੇ ਤੇ ਡਿਬੇਟ ਹੋਈ। 114 ਦਿਨਾਂ ਦੇ ਵਿੱਚ ਉਹ ਡਰਾਫਟ ਕਨਸਟੀਟਿਊਸ਼ਨ ਨੂੰ
ਭਾਰਤ ਦੇ ਸੰਵਿਧਾਨ ਦਾ ਰੂਪ ਦੇ ਕੇ, ਅਮਲੀ ਰੂਪ ਦੇ ਕੇ ਸੰਵਿਧਾਨ ਸਭਾ ਤੋਂ ਪਾਸ ਕਰਵਾ ਕੇ 26 ਨਵੰਬਰ 1949 ਨੂੰ ਉਹਨੂੰ ਮੁਕੰਮਲ ਤੌਰ ਤੇ ਸੰਵਿਧਾਨ ਸਭਾ ਨੇ ਅਡਾਪਟ ਕਰ ਲਿਆ ਔਰ ਉਹ ਇੱਕ ਭਾਰਤ ਦਾ ਸੰਵਿਧਾਨ ਦੇ ਰੂਪ ਦੇ ਵਿੱਚ ਡਾਕੂਮੈਂਟ ਦੁਨੀਆ ਦੇ ਸਾਹਮਣੇ ਆਇਆ ਔਰ ਜੋ ਕਿ 26 ਜਨਵਰੀ 1950 ਨੂੰ ਇਸ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਗਿਆ। ਬਿਲਕੁਲ ਜੀ 26 ਜਨਵਰੀ 1949 ਨੂੰ ਬਿਲਕੁਲ ਬਣ ਕੇ ਤਿਆਰ ਹੋ ਗਿਆ ਸੀ ਤੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਸਾਰੇ ਵਰਗਾਂ ਤੋਂ, ਸਾਰੇ ਸਮਾਜ ਤੋਂ ਤੇ ਸਾਰਿਆਂ ਦੀਆਂ ਸਲਾਹਾਂ ਲੈ ਕੇ, ਸਾਰਿਆਂ ਨੂੰ ਸਾਰੇ ਪੱਖ ਦੇਖ ਕੇ ਔਰ ਉਹਨਾਂ ਤੇ ਡਿਬੇਟ ਕਰ ਕਰਕੇ, ਕਿਵੇਂ ਦੇਖੋ ਕਿੰਨੀ ਮਿਹਨਤ ਕੀਤੀ ਗਈ ਆ ਵੀ ਜਿਵੇਂ ਬਹੁਤ ਸਾਰੇ ਸੱਜਣ ਕਹਿ ਦਿੰਦੇ ਕਿ ਕਿਤਾਬ ਵਾਂਗ ਲਿਖ ਦਿੱਤਾ, ਰਿਲੀਜ਼ ਕਰਤਾ। ਆਪਣੀਆਂ ਮਨ ਦੀਆਂ ਭਾਵਨਾ ਕਲੀਆਂ ਪ੍ਰਗਟਾਉਣ ਵਾਲੀ ਗੱਲ ਨਹੀਂ ਹੈਗੀ। ਦੇਸ਼ ਦੇ ਹਰ ਇੱਕ ਨਾਗਰਿਕ ਦਾ ਧਿਆਨ ਇਹਦੇ ਵਿੱਚ ਰੱਖਿਆ ਗਿਆ। ਬੜਾ ਔਖਾ ਕੰਮ ਸੀਗਾ। ਭਾਰਤੀ ਬਾਬਾ ਸਾਹਿਬ ਨੇ ਜਦੋਂ, ਕਿਉਂਕਿ ਉਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ, ਉਹਨਾਂ ਨੇ ਡਰਾਫਟ ਕਨਸਟੀਟਿਊਸ਼ਨ ਇੰਟਰੋਡਿਊਸ ਕੀਤਾ ਭਾਰਤ ਦੀ ਕਨਸਟੀਟਿਊਸ਼ਨ ਅਸੈਂਬਲੀ 'ਚ। ਹਰ ਬੰਦਾ ਸਵਾਲ ਕਰਦਾ ਸੀ ਤਾਂ ਉਹਨੂੰ ਸੈਟੀਸਫਾਈ ਬਾਬਾ ਸਾਹਿਬ ਨੂੰ ਕਰਨਾ ਪੈਂਦਾ ਸੀ। ਕਿੰਨੀ ਮਿਹਨਤ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਸੀ, ਕਿਉਂਕਿ ਉੱਥੇ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਵਿਚਾਰਾਂ ਦੇ, ਵੱਖ-ਵੱਖ ਜਾਤੀਆਂ ਦੇ, ਵੱਖ-ਵੱਖ ਤਰ੍ਹਾਂ ਦੇ ਵਿਚਾਰਾਂ ਦੇ ਲੋਕ ਪੂਰੀ ਕਨਸਟੀਟਿਊਸ਼ਨ ਅਸੈਂਬਲੀ ਸੀ। ਹਰ ਕਿਸੇ ਦੇ ਹਿੱਤ ਦਾ ਧਿਆਨ ਰੱਖਣਾ, ਹਰ ਕਿਸੇ ਨੂੰ ਸੈਟੀਸਫਾਈ ਕਰਵਾਉਣਾ ਕਿੰਨਾ ਔਖਾ ਕੰਮ ਆ। ਆਪਾਂ ਸਾਰੇ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ। ਬਿਲਕੁਲ ਜੀ। ਜੇ ਅੱਜ ਭਾਰਤੀ ਸੰਵਿਧਾਨ ਦੇ ਵਿੱਚ ਇਕੱਲੀ ਰਿਜ਼ਰਵੇਸ਼ਨ ਤੇ ਚਰਚਾ ਕਰੀਏ ਤਾਂ ਉਹਦੇ ਤੇ ਦੇਖੋ ਕਿੱਦਾਂ ਲੋਕ ਬਹਿਸ ਕਰਦੇ ਆ ਦੇਖੋ, ਔਰ ਉਹਦਾ ਜਿਹੜਾ ਵਿਰੋਧ ਕਰਦੇ ਨੇ। ਉਸ ਵੇਲੇ ਕਿੰਨਾ ਉਹਨਾਂ ਨੇ ਸੈਟੀਸਫਾਈਡ ਕੀਤਾ ਹੋਊਗਾ। ਟੱਚ ਕੀਤਾ ਤੁਸੀਂ ਇਸ ਬਹੁਤ ਵਧੀਆ ਗੱਲ ਨੂੰ। ਦੇਖੋ, ਭਾਰਤੀ ਸੰਵਿਧਾਨ ਕਿਸੇ ਵੀ ਦੇਸ਼ ਦੇ ਕਿਸੇ ਵੀ ਵਰਗ ਨੂੰ ਅਧਿਕਾਰ ਵੰਚਿਤ ਨਹੀਂ ਕਰਦਾ। ਜਦ ਕਿ ਭਾਰਤੀ ਸੰਵਿਧਾਨ ਤੋਂ ਪਹਿਲਾਂ ਜਿਹੜੇ ਧਾਰਮਿਕ ਗ੍ਰੰਥਾਂ ਦੇ ਆਧਾਰ ਦੇ ਉੱਤੇ ਇਸ ਦੇਸ਼ ਨੂੰ ਚਲਾਇਆ ਜਾਂਦਾ ਸੀ, ਉਹਦੇ ਵਿੱਚ ਇਸ ਦੇਸ਼ ਦੇ ਬਹੁਗਿਣਤੀ ਲੋਕਾਂ ਨੂੰ ਅਧਿਕਾਰਾਂ ਤੋਂ ਵੰਚਿਤ ਹੀ ਰੱਖਿਆ ਗਿਆ। 90% ਨੂੰ, ਔਰਤ ਨੂੰ, ਚਾਹੇ ਉਹ ਕਿਸੇ ਵੀ ਧਰਮ ਦੇ, ਬਰਾਦਰੀ ਦੀ, ਜਾਤੀ ਦੀ, ਉਹਨੂੰ ਬਿਲਕੁਲ ਹੀ ਕੋਈ 50% ਤਾਂ ਉਹੀ ਵੰਚਿਤ ਸੀ। ਬਾਬਾ ਸਾਹਿਬ ਨੇ ਕਿਸੇ ਨੂੰ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਅਧਿਕਾਰਾਂ ਤੋਂ ਵੰਚਿਤ ਨਹੀਂ ਕੀਤਾ, ਬਲਕਿ ਜਿਹੜੇ ਸਦੀਆਂ ਤੋਂ ਵੰਚਿਤ ਲੋਕ ਸੀ ਉਹਨਾਂ ਨੂੰ ਦੂਸਰੇ ਸਾਧਨ ਸੰਪੰਨ ਲੋਕਾਂ ਦੇ ਬਰਾਬਰ ਕਰਨ ਦੇ ਲਈ ਉਹਨਾਂ ਨੂੰ ਕੁਝ ਖਾਸ ਸੁਵਿਧਾਵਾਂ ਦਿੱਤੀਆਂ, ਨਾ ਕਿ ਉੱਪਰ ਵਾਲਿਆਂ ਨੂੰ ਨੀਵੇਂ ਕੀਤਾ, ਥੱਲੇ ਵਾਲਿਆਂ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ। ਸੋ ਜਿਹੜੇ ਇਦਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕ ਆ, ਉਹਨਾਂ ਦੇ ਮਨ ਦੇ ਵਿੱਚ ਅੱਜ ਵੀ ਉਹ ਰੂੜੀਵਾਦੀ ਵਿਚਾਰਾਂ ਦੇ ਧਾਰਨੀ। ਬਿਲਕੁਲ ਜੀ, ਉਹ ਅੱਜ ਵੀ ਇਦਾਂ ਦੀ ਮਾਨਸਿਕਤਾ ਬਹੁਤ ਸਾਰੇ ਲੋਕਾਂ ਦੀ ਹੈ। ਜੇ ਗੱਲ ਕਰੀਏ ਭਾਰਤੀ ਸੰਵਿਧਾਨ ਆਰੰਭ ਕਿਸ ਚੀਜ਼ ਨਾਲ ਹੁੰਦਾ, ਉਹ ਵੀ ਜਾਣਕਾਰੀ ਅਸੀਂ ਲੈਣਾ ਚਾਹੁੰਦੇ। ਇਹ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਹੈਗਾ ਆ ਜੀ। ਕੋਈ ਆਪਾਂ ਕਿਤਾਬ ਜਦੋਂ ਪੜ੍ਹਦੇ ਆ ਤਾਂ ਉਹਦੇ ਮੋਹਰੇ ਹੁੰਦਾ ਆ, ਪ੍ਰੇਫੇਸ ਹੁੰਦਾ ਆ, ਜਾਂ ਵਿਸ਼ਾ ਸੂਚੀ ਹੁੰਦੀ ਆ, ਜਾਂ ਉਹਦੀ ਸੰਖੇਪ ਉਹਦੇ ਬਾਰੇ ਜਾਣਕਾਰੀ ਹੁੰਦੀ ਆ। ਸੋ ਜਿਹੜਾ ਭਾਰਤ ਦੇ ਸੰਵਿਧਾਨ ਦਾ ਆਰੰਭ ਪ੍ਰੀਐਂਬਲ ਤੋਂ ਹੁੰਦਾ, ਜਿਹਨੂੰ ਪੰਜਾਬੀ ਚ ਪ੍ਰਸਤਾਵਨਾ ਕਹਿੰਦੇ ਆ। ਪ੍ਰੀਐਂਬਲ ਕੀ ਆ? ਭਾਰਤ ਦੇ ਸੰਵਿਧਾਨ ਦੀ ਇੱਕ ਇੰਟਰੋਡਕਸ਼ਨ ਆ। ਭਾਰਤ ਦੇ ਸੰਵਿਧਾਨ ਦਾ ਇੱਕ ਜਿਹੜਾ ਆ ਉਹ ਜਿੱਦਾਂ ਕਹਿ ਸਕਦੇ ਆ ਕਿ ਜੇ ਭਾਰਤ ਦਾ ਸੰਵਿਧਾਨ ਸਰੀਰ ਵਾ ਤਾਂ ਪ੍ਰੀਐਂਬਲ ਉਹਦੀ ਇੱਕ ਆਤਮਾ ਆ। ਉਹ ਪ੍ਰੀਐਂਬਲ ਦੱਸਦੀ ਆ ਕਿ ਇਸ ਸੰਵਿਧਾਨ ਦੇ ਕੀ ਟੀਚੇ ਆ, ਕੀ ਉਦੇਸ਼ ਵਾ, ਔਰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆ ਜੋ ਅਚੀਵ ਕਰਨ ਦੇ ਲਈ ਇਸ ਦੇਸ਼ ਦੇ ਲੋਕ ਇਹਨੂੰ ਅਪਣਾ ਰਹੇ ਆ। ਜੀ, ਤੇ ਮੰਨ ਲਈਏ, ਕਹਿ ਲਈਏ ਕਿ ਜੇ ਪ੍ਰੀਐਂਬਲ ਪੜ੍ਹ ਲਈ ਤੇ ਕਾਫੀ ਕਲੀਅਰ ਹੋ ਜਾਂਦਾ, ਸਾਰਾ ਸੰਵਿਧਾਨ ਹੀ ਪੜ੍ਹ ਲਿਆ ਜੀ। ਜੇ ਪ੍ਰੀਐਂਬਲ ਨੂੰ ਅਸੀਂ ਸਮਝ ਲਿਆ ਤਾਂ ਭਾਰਤੀ ਸੰਵਿਧਾਨ ਕੀ ਉਦੇਸ਼ ਰੱਖ ਰਿਹਾ ਆ, ਉਹ ਜੇ ਕੋਈ ਜਾਣਕਾਰ ਬੰਦਾ ਆ ਤਾਂ ਉਹਨੂੰ ਸਮਝ ਸਕਦਾ ਆ, ਉਹਨੂੰ ਆਸਾਨੀ ਨਾਲ ਭਾਂਪ ਸਕਦਾ ਆ ਵੀ ਪ੍ਰੀਐਂਬਲ 'ਚ ਲਿਖਿਆ ਕੀ ਆ। ਬਿਲਕੁਲ, ਇਸ ਕਰਕੇ ਪੜ੍ਹਨਾ ਬੜਾ ਜ਼ਰੂਰੀ, ਬਹੁਤ ਜ਼ਰੂਰੀ ਆ। ਸੋ ਪ੍ਰੀਐਂਬਲ ਦੇ ਵਿੱਚ 42nd ਅਮੈਂਡਮੈਂਟ ਜਿਹੜੀ 1976 ਚ ਕੀਤੀ ਗਿਆ, ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਰਾਜ ਸੀ, ਤਾਂ ਪ੍ਰੀਐਂਬਲ ਦੇ ਵਿੱਚ ਸੈਕੂਲਰਿਜ਼ਮ, ਸੋਸ਼ਲਿਜ਼ਮ, ਇੰਟੀਗ੍ਰਿਟੀ ਸ਼ਬਦ ਜਿਹੜੇ ਆ ਉਹ ਐਡ ਕੀਤੇ ਗਏ। ਔਰ ਪ੍ਰੀਐਂਬਲ ਕੀ ਚਾਹੁੰਦੀ ਆ? ਇਸ ਦੇਸ਼ ਦੇ ਵਿੱਚ ਸਮਾਜਿਕ ਨਿਆਂ, ਇਸ ਦੇਸ਼ ਦੇ ਵਿੱਚ ਆਰਥਿਕ ਨਿਆਂ, ਇਸ ਦੇਸ਼ ਦੇ ਵਿੱਚ ਧਾਰਮਿਕ ਸੁਤੰਤਰਤਾ, ਹਰ ਕੋਈ ਆਪਣੇ ਧਰਮ ਨੂੰ
ਪ੍ਰੀਚ ਕਰ ਸਕਦਾ, ਇਹ ਸਾਰੀਆਂ ਗੱਲਾਂ ਵੀ ਇਹ ਦੇਸ਼ ਪ੍ਰਭੂਸਤਾ ਸੰਪੰਨ ਵਾ, ਧਰਮ ਨਿਰਪੱਖ ਵਾ, ਇਹ ਭਾਈਚਾਰਾ ਅਸੀਂ ਚਾਹੁੰਦੇ ਹਾਂ। ਔਰ ਇਹ ਜਿਹੜਾ ਸੰਵਿਧਾਨ ਵਾ, ਖਾਸ ਗੱਲ ਜਿਹੜੀ ਇਹ ਅਖੀਰਲੀਆਂ ਲਾਈਨਾਂ 'ਚ ਪ੍ਰਸਤਾਵਨਾ ਚਾਹੁੰਦੀ ਆ, ਇਹ ਦੇਸ਼ ਦੇ ਲੋਕਾਂ ਦੇ ਉੱਤੇ ਥੋਪਿਆ ਨਹੀਂ ਜਾ ਰਿਹਾ, ਬਲਕਿ ਦੇਸ਼ ਦੇ ਲੋਕ ਇਹਨੂੰ ਆਪਣੇ ਤੇ ਲਾਗੂ ਕਰਨ ਲਈ ਤਿਆਰ ਵਾ ਔਰ ਇਹਨੂੰ ਅਪਣਾ ਰਹੇ ਆ ਔਰ ਇਹਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਇਸ ਦੇਸ਼ ਦੇ ਨਾਗਰਿਕ ਜਿਹੜੇ ਆ ਉਹਦੇ ਲਈ ਵਚਨਬੱਧ ਵਾ। ਔਰ ਬਕਾਇਦਾ 26 ਨਵੰਬਰ 1949 ਦਾ ਲਾਸਟ ਦੇ ਵਿੱਚ ਪ੍ਰੀਐਮਬਲ ਦੇ ਜ਼ਿਕਰ ਵਾ ਵੀ ਇਸ ਦਿਨ ਅਸੀਂ ਇਹਨੂੰ ਆਪਣੇ ਤੇ ਲਾਗੂ ਕਰ ਰਹੇ ਹਾਂ, ਇਹਨੂੰ ਅਪਣਾ ਰਹੇ ਹਾਂ, ਆਪਣੀ ਇੱਛਾ ਨਾਲ ਅਪਣਾ ਰਹੇ ਹਾਂ। ਬਿਲਕੁਲ ਜੀ। ਇੱਕ ਗੱਲ ਕਲੀਅਰ ਕਰਿਓ ਐਡਵੋਕੇਟ ਸਾਹਿਬ, ਵੀ ਭਾਰਤ ਦਾ ਜਿਹੜਾ ਨਾਮ ਕੋਈ ਇੰਡੀਆ ਕਹਿੰਦਾ ਤੇ ਕੋਈ ਭਾਰਤ ਕਹਿੰਦਾ ਤੇ ਬੋਲੇ ਹਿੰਦੁਸਤਾਨ ਵੀ ਕਹਿੰਦੇ ਨੇ, ਅਸਲ ਦੇ ਵਿੱਚ ਭਾਰਤੀ ਸੰਵਿਧਾਨ ਦੇ ਮੁਤਾਬਕ ਭਾਰਤ ਦਾ ਨਾਮ ਕੀ ਹੈ? ਦੇਖੋ, ਜਿਹੜਾ ਭਾਰਤ ਦਾ ਸੰਵਿਧਾਨ ਵਾ ਜੀ, ਉਹਦਾ ਆਰਟੀਕਲ 1 ਵਾ, ਜਿਹੜਾ ਭਾਰਤ ਦੇ ਸੰਵਿਧਾਨ ਦਾ ਪਹਿਲਾ ਹੀ ਆਰਟੀਕਲ ਵਾ ਜੀ। ਇਸ ਗੱਲ ਦਾ ਜਵਾਬ ਭਾਰਤ ਦੇ ਸੰਵਿਧਾਨ ਦੇ ਆਰਟੀਕਲ 1 ਦੇ ਵਿੱਚ ਹੀ ਜਿਹੜਾ ਆ ਉਹ ਬੜੀ ਕਲੀਅਰਲੀ ਦਰਜ ਵਾ ਕਿ ਕਨਸਟੀਟਿਊਸ਼ਨ ਸੇਜ਼ ਦੈਟ ਇੰਡੀਆ ਡੈਟ ਇਜ਼ ਭਾਰਤ। ਇੰਡੀਆ ਭਾਵ ਭਾਰਤ। ਇੰਡੀਆ ਨੂੰ, ਦੇਸ਼ ਨੂੰ ਦੋ ਨਾਮਾਂ ਨਾਲ ਹੀ ਦੁਨੀਆ 'ਚ ਜਾਣਿਆ ਜਾਂਦਾ, ਜਾਂ ਭਾਰਤ ਜਾਂ ਇੰਡੀਆ। ਠੀਕ ਹੈ। ਤੀਜਾ ਇਸ ਦੇਸ਼ ਦਾ ਕੋਈ ਨਾਮ ਨਹੀਂ ਹੈ। ਦੁਨੀਆ ਦਾ, ਵਰਲਡ ਦਾ ਨਕਸ਼ਾ ਤੁਸੀਂ ਲਓ, ਉਹਦੇ ਤੇ ਹਿੰਦੁਸਤਾਨ ਨਾਮ ਦਾ ਕੋਈ ਮੁਲਕ ਲੱਭੋ, ਤੁਹਾਨੂੰ ਨਹੀਂ ਲੱਭੇਗਾ। ਨਾ ਹੀ ਭਾਰਤ ਦੇ ਸੰਵਿਧਾਨ ਦੇ ਵਿੱਚ ਹਿੰਦੁਸਤਾਨ ਨਾਮ ਦਾ ਕੋਈ ਦੇਸ਼ ਦਾ ਜ਼ਿਕਰ ਹੈ। ਸੋ ਕੋਈ ਇਹਨੂੰ ਕੀ ਕਹੀ ਜਾਵੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਲੀਗਲੀ ਕਾਨੂੰਨੀ ਡਾਕੂਮੈਂਟਸ ਭਾਰਤ ਦੇ ਸੰਵਿਧਾਨ 'ਚ ਭਾਰਤ ਦਾ ਨਾਮ ਇੰਡੀਆ ਜਾਂ ਭਾਰਤੀ ਹੈ, ਹੋਰ ਕੁਝ ਨਹੀਂ ਹੈ। ਪਰ ਬਹੁਤਿਆਂ ਵੱਲੋਂ ਹੋਰ ਕੁਝ ਵੀ ਕਿਹਾ ਜਾਂਦਾ ਹੈ। ਵੈਸੇ ਭਾਰਤ ਤੇ ਇੰਡੀਆ ਹੀ ਨਾਮ ਆਰਟੀਕਲ 300 ਦੇ ਵਿੱਚ, ਆਰਟੀਕਲ 300 ਜਿਹੜਾ ਸੰਵਿਧਾਨ ਦਾ, ਉਹਦੇ ਵਿੱਚ ਵੀ ਕਲੀਅਰਲੀ ਕਿਹਾ ਵੀ ਗਵਰਨਮੈਂਟ ਆਫ ਇੰਡੀਆ ਆਲਸੋ ਨੋਨ ਐਜ਼ ਯੂਨੀਅਨ ਆਫ ਇੰਡੀਆ। ਇਹ ਇੰਡੀਆ ਤਾਂ ਭਾਰਤ ਤੋਂ ਇਲਾਵਾ ਇਹਦਾ ਕੋਈ ਤੀਸਰਾ ਨਾਮ ਨਹੀਂ ਹੈ, ਕਿਉਂਕਿ ਦੇਸ਼ ਧਰਮ ਨਿਰਪੱਖ ਵਾ। ਕਿਸੇ ਖਾਸ ਧਰਮ ਦੇ ਨਾਮ ਦੇ ਉੱਤੇ ਇਸ ਦੇਸ਼ ਦਾ ਨਾਮ ਨਹੀਂ ਹੋ ਸਕਦਾ। ਬਿਲਕੁਲ ਜੀ। ਪਰ ਬਹੁਤ ਸਾਰਿਆਂ ਦਾ ਇਹ ਭੁਲੇਖਾ, ਉਹ ਵੀ ਆਪਣਾ ਸਾਡਾ ਤੁਸੀਂ ਭੁਲੇਖਾ ਜਿਹੜਾ ਉਹ ਦੂਰ ਕਰ ਦਿੱਤਾ। ਭਾਰਤੀ ਸੰਵਿਧਾਨ ਦਾ ਨਾਮ ਤੁਸੀਂ ਦੱਸਿਆ ਹੈਗਾ, ਤੇ ਭਾਰਤੀ ਸੰਵਿਧਾਨ ਦਾ ਸਵਰੂਪ ਕਿਹੋ ਜਿਹਾ ਹੈਗਾ, ਉਹ ਵੀ ਅਸੀਂ ਚਾਹੁੰਦੇ ਵੀ ਜਾਣਕਾਰੀ ਲਈਏ। ਦੇਖੋ, ਸੰਵਿਧਾਨ ਜਿਹੜਾ ਭਾਰਤੀ ਸੰਵਿਧਾਨ ਵਾ, ਉਹਦਾ ਸਵਰੂਪ ਫੈਡਰਲ ਵੀ ਆ ਔਰ ਯੂਨਿਟਰੀ ਵੀ ਆ ਜੀ। ਫੈਡਰਲ ਭਾਵ ਕੇਂਦਰ ਦੇ ਵਿੱਚ ਵੀ ਇੱਕ ਸਰਕਾਰ ਵਾ ਲੋਕਾਂ ਦੁਆਰਾ ਚੁਣੀ, ਔਰ ਥੱਲੇ ਸਟੇਟਾਂ ਦੇ ਵਿੱਚ ਵੀ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ।